Hello dear students, how are you? I hope you all will be fine. So the next topic we are going to discuss today is use of has, have and had. Has, have and had ਇਹ ਕੀ ਹੈ? ਇਹਦੀ ਵਰਤੋਂ ਵੀ ਆਪਾਂ ਦੋ ਤਰ੍ਹਾਂ ਤਰੀਕੇ ਨਾਲ ਕਰਦੇ ਹਾਂ। ਇੱਕ ਤੇ ਐਜ਼ ਲਿੰਕਿੰਗ ਵਰਬਸ ਤੇ ਦੂਸਰੀ ਹੈਲਪਿੰਗ ਵਰਬਸ ਤੌਰ ਤੇ। ਸੋ ਜਿਹੜਾ ਅੱਜ ਆਪਾਂ ਕਰਾਂਗੇ ਉਹ ਲਿੰਕਿੰਗ ਵਰਬ ਹੀ ਹੋਏਗਾ, ਉਹ ਐਗਜ਼ਿਲਰੀ ਵਰਬ ਜਾਂ ਉਹ ਹੈਲਪਿੰਗ ਵਰਬ ਨਹੀਂ ਹੈ। ਸਿਰਫ ਤੇ ਸਿਰਫ ਅੱਜ ਆਪਾਂ ਲਿੰਕਿੰਗ ਵਰਬ ਦੇ ਤੌਰ ਤੇ ਇਸ ਦੀ ਵਰਤੋਂ ਕਿਸ ਤਰ੍ਹਾਂ ਹੁੰਦੀ ਹੈ ਉਸ ਦੀ ਆਪਾਂ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ। ਸੋ ਫਸਟ ਆਫ ਆਲ ਆਈ ਵੁੱਡ ਲਾਈਕ ਟੂ ਲੈਟ ਯੂ ਨੋ ਦੈਟ ਹੈਜ਼, ਹੈਵ ਐਂਡ ਹੈਡ ਮੀਨਸ ਪੋਜੈਸ਼ਨ। ਕਿ ਤੁਹਾਡੇ ਕੋਲ ਕੋਈ ਚੀਜ਼ ਹੋਵੇ ਉੱਥੇ ਆਪਾਂ ਜਿਹੜੀ ਹੈ ਉਹ ਇਸ ਦੀ ਵਰਤੋਂ ਕਰਦੇ ਹਾਂ। ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਮੇਰੇ ਕੋਲ ਇੱਕ ਕਾਰ ਹੈ, ਮੇਰੇ ਕੋਲ ਇੱਕ ਟੀਵੀ ਹੈ, ਸਾਡੇ ਕੋਲ 2 ਮਕਾਨ ਹਨ, ਮੇਰੇ ਕੋਲ 4 ਏਕੜ ਜ਼ਮੀਨ ਹੈ, ਮੇਰੇ ਪਿਤਾ ਜੀ ਕੋਲ ਇੱਕ ਬੜੀ ਖੂਬਸੂਰਤ ਘੜੀ ਹੈ, ਮੇਰਾ ਇੱਕ ਭਰਾ ਹੈ, ਮੇਰਾ ਇੱਕ ਦੋਸਤ ਹੈ। ਸੋ ਇਹ ਚੀਜ਼ਾਂ ਜਿੱਥੇ ਪੋਜੈਸ਼ਨ ਦੀ ਗੱਲ ਆਉਂਦੀ ਜਾਂ ਜਿਹੜੀ ਚੀਜ਼ ਤੁਹਾਡੇ ਨਾਲ ਸੰਬੰਧਿਤ ਹੈ ਤੁਸੀਂ ਉਸ ਨੂੰ ਕਹਿੰਦੇ ਹੋ ਕਿ ਇਹ ਮੇਰੀ ਹੈ, ਉੱਥੇ ਆਪਾਂ ਕੀ ਕਰਦੇ ਹਾਂ ਹੈਜ਼, ਹੈਵ ਜਾਂ ਹੈਡ ਦੀ ਵਰਤੋਂ ਕਰਦੇ ਹਾਂ। ਸੋ ਹੈਜ਼ ਤੇ ਹੈਵ ਦੋਵੇਂ ਗੱਲ ਕਰਨਗੇ ਪ੍ਰੈਜ਼ੈਂਟ ਬਾਰੇ। ਹੈਡ ਜਿਹੜਾ ਹੈ ਦੈਟ ਵਿਲ ਟਾਕ ਅਬਾਊਟ ਪਾਸਟ, ਵਾਟ ਹੈਜ਼ ਹੈਪਨਡ, ਕਿ ਜੋ ਪਹਿਲਾਂ ਸੀ ਉਹਦੇ ਬਾਰੇ ਗੱਲ ਕਰੇਗਾ, ਉਹ ਹੈਡ ਕਰੇਗਾ। ਹੈਜ਼ ਤੇ ਹੈਵ ਦੀ ਫਿਰ ਉਸੇ ਤਰ੍ਹਾਂ ਹੀ ਜਿਵੇਂ ਵੱਖੋ ਵੱਖ ਤਰੀਕੇ ਨਾਲ ਇਹਦੀ ਵਰਤੋਂ ਹੁੰਦੀ ਹੈ। ਜਿਵੇਂ ਸਿੰਗੂਲਰ ਦੇ ਨਾਲ ਹੈਜ਼ ਲੱਗੇਗਾ ਅਤੇ ਪਲੂਰਲ ਦੇ ਨਾਲ ਹੈਡ ਲੱਗੇਗਾ। ਜਿਵੇਂ ਹੀ, ਸ਼ੀ, ਇਟ ਜਾਂ ਕਿਸੇ ਦਾ ਨਾਮ, ਉੱਥੇ ਆਪਾਂ ਹੈਜ਼ ਦੀ ਵਰਤੋਂ ਕਰਾਂਗੇ। ਇਸੇ ਤਰ੍ਹਾਂ ਆਈ, ਵੀ, ਯੂ, ਦੇ ਜਾਂ ਕੋਈ ਹੋਰ ਪਲੂਰਲ ਹੋਵੇ ਤਾਂ ਉੱਥੇ ਆਪਾਂ ਹੈਵ ਦੀ ਵਰਤੋਂ ਕਰਾਂਗੇ। ਹਾਂ, ਜਿਹੜਾ ਹੈਡ ਹੈ ਉਸ ਦੀ ਵਰਤੋਂ ਹਰ ਥਾਂ ਹੁੰਦੀ ਹੈ। ਉਹ ਸਿੰਗੂਲਰ ਜਾਂ ਪਲੂਰਲ ਦਾ ਉਹਦੇ ਵਿੱਚ ਕੋਈ ਵੀ ਡਿਫਰੈਂਸ ਨਹੀਂ ਹੁੰਦਾ, ਉਹ ਸਾਰਿਆਂ ਵਾਸਤੇ ਬਰਾਬਰ ਹੈ, ਚਾਹੇ ਉਹ ਸਿੰਗੂਲਰ ਹੈ ਚਾਹੇ ਉਹ ਪਲੂਰਲ ਹੈ। ਸੋ ਆਪਾਂ ਹੁਣ ਇਸ ਦੀ ਜਿਹੜੀ ਹੈ ਐਕਸਰਸਾਈਜ਼ ਸ਼ੁਰੂ ਕਰਦੇ ਹਾਂ। ਦੁਬਾਰਾ ਇੱਕ ਵਾਰ ਫਿਰ ਰਿਪੀਟ ਕਰ ਲਈਏ ਉਸ ਚੀਜ਼ ਨੂੰ, ਕਿਉਂਕਿ ਰਿਪੀਟ ਕਰਨ ਦੇ ਨਾਲ ਹੀ ਜਿਹੜੀ ਹੈ ਰਿਵੀਜ਼ਨ ਜਿਹੜੀ ਉਹ ਬੜੀ ਲਾਜ਼ਮੀ ਹੈ। ਕਿ ਹੈਜ਼ ਤੇ ਹੈਵ ਮੀਨਸ ਕੋਲ ਹੈ ਜਾਂ ਰੱਖਦਾ ਹੈ, ਹੈਡ ਮੀਨਸ ਕੋਲ ਸੀ। ਜਿਵੇਂ ਫੋਰ ਐਗਜ਼ਾਮਪਲ ਮੇਰੇ ਕੋਲ ਇੱਕ ਘਰ ਸੀ, ਆਈ ਹੈਡ ਅ ਹਾਊਸ। ਮੇਰੇ ਕੋਲ ਇੱਕ ਘਰ ਹੈ, ਆਈ ਹੈਵ ਅ ਹਾਊਸ। ਜਿਹੜਾ ਸੀ ਉੱਥੇ ਹੈਡ, ਜਿਹੜਾ ਹੈ ਉੱਥੇ ਹੈਜ਼ ਜਾਂ ਹੈਵ ਦੀ ਵਰਤੋਂ ਹੋਏਗੀ। ਹੁਣ ਆਪਾਂ 1 ਬਾਈ 1 ਸ਼ੁਰੂ ਕਰਾਂਗੇ। ਪਹਿਲਾਂ ਆਪਾਂ ਗੱਲ ਕਰਾਂਗੇ ਪ੍ਰੈਜ਼ੈਂਟ ਦੀ। ਇਹ ਦੋਵੇਂ ਗੱਲ ਕਰਨਗੇ ਪ੍ਰੈਜ਼ੈਂਟ ਦੀ। ਕਿਸ ਹਾਲੇ ਵੀ ਹੈ, ਇਹ ਗੱਲ ਕਰੇਗਾ ਪਾਸਟ ਦੀ। ਮੇਰੇ ਕੋਲ ਇੱਕ ਘੜੀ ਹੈ, ਆਈ ਹੈਵ ਅ ਵਾਚ। ਮੇਰੇ ਭਰਾ ਕੋਲ ਘੜੀ ਹੈ, ਮਾਈ ਬ੍ਰਦਰ ਹੈਜ਼ ਅ ਵਾਚ। ਮੇਰੇ ਪਿਤਾ ਜੀ ਕੋਲ ਇੱਕ ਕਾਰ ਹੈ, ਮਾਈ ਫਾਦਰ ਹੈਜ਼ ਅ ਕਾਰ। ਮੇਰੇ ਦੋਸਤ ਕੋਲ ਇੱਕ ਬੜੀ ਖੂਬਸੂਰਤ ਬਾਈਕ ਹੈ, ਮਾਈ ਫਰੈਂਡ ਹੈਜ਼ ਅ ਵੈਰੀ ਬਿਊਟੀਫੁਲ, ਵੈਰੀ ਗੁੱਡ, ਵੈਰੀ ਸਪਲੈਂਡਿਡ ਬਾਈਕ। ਮੇਰੇ ਕੋਲ ਕੋਈ ਕਿਤਾਬ ਨਹੀਂ ਹੈ, ਆਈ ਹੈਵ ਨੋ ਬੁੱਕ। ਆਈ ਹੈਵ ਨੋ ਬੁੱਕ। ਹੁਣ ਆਪਾਂ ਇੱਥੇ ਲਵਾਂਗੇ ਜਾਂ ਆਪਾਂ ਇੱਥੇ ਵੀ ਯੂਜ਼ ਕਰ ਸਕਦੇ ਹਾਂ ਆਈ ਹੈਵ ਨੋ ਬੁੱਕ ਵੀ, ਜਾਂ ਫਿਰ ਆਪਾਂ ਨੋ ਦੀ ਥਾਂ ਤੇ ਡਜ਼ਨਟ ਹੈਵ, ਡੂ ਨਾਟ ਹੈਵ, ਆਈ ਡੋਂਟ ਹੈਵ ਅ ਬੁੱਕ। ਹੈਜ਼ ਨੋ, ਨਾਟ ਨਹੀਂ, ਨੋ, ਨੋ ਮੀਨਸ ਕੋਈ ਨਹੀਂ, ਤੇ ਜਾਂ ਫਿਰ ਡੂ ਨਾਟ ਜਾਂ ਡਜ਼ਨਟ ਹੈਵ। ਉਸਦਾ ਇੱਕ ਭਰਾ ਹੈ, ਹੀ ਹੈਜ਼ ਅ ਬ੍ਰਦਰ। ਉਸਦਾ ਕੋਈ ਭਰਾ ਨਹੀਂ ਹੈ, ਹੀ ਹੈਜ਼ ਨੋ ਬ੍ਰਦਰ। ਕੀ ਉਸਦਾ ਇੱਕ ਭਰਾ ਹੈ, ਹੈਜ਼ ਹੀ ਐਨੀ ਬ੍ਰਦਰ। ਮੇਰਾ ਇੱਕ ਦੋਸਤ ਹੈ, ਆਈ ਹੈਵ ਅ ਫਰੈਂਡ। ਮੇਰਾ ਕੋਈ ਦੋਸਤ ਨਹੀਂ ਹੈ, ਆਈ ਡੋਂਟ ਹੈਵ ਐਨੀ ਫਰੈਂਡ ਜਾਂ ਆਈ ਹੈਵ ਨੋ ਫਰੈਂਡ। ਕੀ ਮੇਰਾ ਕੋਈ ਦੋਸਤ ਹੈ, ਕੀ ਮੇਰਾ ਕੋਈ ਦੋਸਤ ਹੈ, ਇੱਥੇ ਆਪਾਂ ਪਹਿਲਾਂ ਡੂ ਲਾਵਾਂਗੇ। ਡੂ ਆਈ ਹੈਵ ਐਨੀ ਫਰੈਂਡ। ਕੀ ਤੁਹਾਡੇ ਕੋਲ ਕੋਈ ਐਕਸਟਰਾ ਪੈਨ ਹੈ, ਡੂ ਯੂ ਹੈਵ ਐਨੀ ਐਕਸਟਰਾ ਪੈਨ। ਨਹੀਂ, ਮੇਰੇ ਕੋਲ ਕੋਈ ਨਹੀਂ ਹੈ, ਨੋ ਆਈ ਹੈਵ ਨੋ ਐਕਸਟਰਾ ਪੈਨ। ਸੋ ਇਸ ਤਰ੍ਹਾਂ ਜਿਹੜੀ ਆ ਇਹਦੀ ਵਰਤੋਂ ਹੁੰਦੀ ਹੈ। ਹੁਣ ਆਪਾਂ ਲਗਾਤਾਰ ਇਸ ਦੀ ਪ੍ਰੋਪਰਲੀ ਆਪਾਂ ਇਸ ਦੀ ਪ੍ਰੈਕਟਿਸ ਕਰਦੇ ਹਾਂ ਤਾਂ ਜੋ ਸਾਨੂੰ ਇਸ ਦੀ ਚੰਗੀ ਤਰ੍ਹਾਂ ਸਮਝ ਆ ਸਕੇ ਕਿ ਇਹ ਕੀ ਹੈ ਜਾਂ ਇਹ ਕਿਵੇਂ ਕੰਮ ਕਰਦਾ। ਅੱਛਾ, ਜੇਕਰ ਆਪਾਂ ਦੀ ਪ੍ਰੈਕਟਿਸ ਕਰਨੀ ਹੋਵੇ ਹੈਜ਼, ਹੈਵ ਤੇ ਹੈਡ ਦੀ, ਤਾਂ ਆਪਾਂ
ਅਕਸਰ ਵੇਖਦੇ ਹਾਂ ਕਿ ਆਪਾਂ ਕਹਿੰਦੇ ਹਾਂ ਜਿਵੇਂ ਮੇਰੇ ਕੋਲ ਇੱਕ ਕਾਰ ਹੈ, ਮੇਰੇ ਕੋਲ ਘੜੀ ਹੈ, ਮੇਰੇ ਕੋਲ ਇੱਕ ਟੀਵੀ ਹੈ, ਪਰ ਇਸ ਦੇ ਇਲਾਵਾ ਕੋਲ ਹੈ ਤੋਂ ਇਲਾਵਾ ਕਈ ਚੀਜ਼ਾਂ ਇਹੋ ਜਿਹੀਆਂ ਨੇ ਜਿਹੜੀਆਂ ਕੋਲ ਹੈ ਨਹੀਂ ਕਹਿੰਦੇ ਆਪਾਂ, ਪਰ ਫਿਰ ਵੀ ਉਹਦੇ 'ਚ ਹੈਵ ਲੱਗਦਾ ਵਾ। ਤੁਸੀਂ ਇੱਕ ਅੰਡਰਸਟੂਡ ਹੀ ਹੈ ਕਿ ਉਹ ਇੱਕ ਪੋਜੈਸ਼ਨ ਦੀ ਗੱਲ ਕੀਤੀ ਗਈ ਹੈ। ਜਿਸ ਤਰ੍ਹਾਂ ਮੈਨੂੰ ਕੋਈ ਆਈਡੀਆ ਨਹੀਂ ਹੈ, ਆਈ ਹੈਵ ਨੋ ਆਈਡੀਆ, ਇੱਥੇ ਹੁਣ ਕੋਲ ਹੈ ਨਹੀਂ ਕਿਹਾ ਗਿਆ, ਪਰ ਫਿਰ ਵੀ ਇੱਥੇ ਹੈਵ ਲੱਗੇਗਾ ਕਿਉਂਕਿ ਮੈਨੂੰ, ਜਿਸ ਤਰ੍ਹਾਂ ਮੇਰਾ ਕੋਈ ਭਰਾ ਨਹੀਂ ਹੈ, ਇਸੇ ਤਰ੍ਹਾਂ ਜਿਵੇਂ ਮੈਨੂੰ ਕੋਈ ਆਈਡੀਆ ਨਹੀਂ ਹੈ, ਆਈ ਹੈਵ ਨੋ ਆਈਡੀਆ। ਉਸ ਕੋਲ ਕੋਈ ਬਹਾਨਾ ਨਹੀਂ ਹੈ, ਹੀ ਹੈਜ਼ ਨੋ ਐਕਸਕਿਊਜ਼, ਉਸ ਦੇ ਕੋਲ ਕੋਈ ਬਹਾਨਾ ਨਹੀਂ ਹੈ। ਸੋ ਉੱਥੇ ਵੀ ਹੈਜ਼ ਤੇ ਹੈਵ ਦੀ ਜਿਹੜੀ ਹੈ ਉਹ ਵਰਤੋਂ ਹੁੰਦੀ ਹੈ। ਇਸੇ ਤਰ੍ਹਾਂ ਆਪਾਂ ਹੈਜ਼ ਗॉट, ਹੈਵ ਗॉट, ਹੈਡ ਗॉट ਇਹ ਲਾ ਕੇ ਵੀ ਜਿਹੜਾ ਹੈ ਉਹ ਮਤਲਬ ਸੇਮ ਹੈ, ਮਤਲਬ 'ਚ ਕੋਈ ਫਰਕ ਨਹੀਂ ਹੈ, ਮਤਲਬ ਉਹਦਾ ਉਸੇ ਤਰ੍ਹਾਂ ਹੀ ਹੈ। ਜਿਸ ਤਰ੍ਹਾਂ ਹੈਜ਼ ਜਾਂ ਹੈਜ਼ ਗॉट, ਹੈਵ ਜਾਂ ਹੈਵ ਗॉट, ਹੈਡ ਜਾਂ ਹੈਡ ਗॉट, ਮਤਲਬ ਸੇਮ ਹੈ। ਕੋਲ ਹੈ, ਕੋਲ ਸੀ। I have got a car, I have got a marker, I have got no excuse, I have got no friend। ਸੋ ਇਹ ਮਤਲਬ ਇੱਥੇ ਇਹਦਾ ਵੀ ਇਹੀ ਹੈ ਕਿ ਮੇਰੇ ਕੋਲ ਕੋਈ ਬਹਾਨਾ ਨਹੀਂ ਹੈ, ਮੇਰਾ ਕੋਈ ਦੋਸਤ ਨਹੀਂ ਹੈ। I had got no excuse, ਮੇਰੇ ਕੋਲ ਕੋਈ ਐਕਸਕਿਊਜ਼ ਨਹੀਂ ਸੀ। I had got no idea, ਮੈਨੂੰ ਕੋਈ ਆਈਡੀਆ ਨਹੀਂ ਸੀ। ਸੋ ਇੱਥੇ ਵੀ ਜਿਹੜਾ ਵਾ ਉਹ ਹੈਜ਼ ਤੇ ਹੈਵ, ਹੈਡ ਜਾਂ ਹੈਜ਼ ਗॉट, ਹੈਵ ਗॉट, ਹੈਡ ਗॉट ਇੱਕ ਤਰ੍ਹਾਂ ਨਾਲ ਕੰਮ ਕਰਦੇ ਆ। ਸੋ ਕਿਉਂਕਿ ਜੇਕਰ ਕੋਈ ਬੰਦਾ ਹੈਜ਼ ਬੋਲਦਾ, ਕੋਈ ਹੈਜ਼ ਗॉट ਬੋਲਦਾ, ਜਿਵੇਂ ਬ੍ਰਿਟਿਸ਼ ਇੰਗਲਿਸ਼ ਦੇ ਵਿੱਚ ਅਮਰੀਕਨ ਇੰਗਲਿਸ਼ ਕਾਫੀ ਕੁਝ ਫਰਕ ਨੇ, ਸਪੈਲਿੰਗਸ ਦੇ ਫਰਕ ਨੇ, ਇਸ ਤਰ੍ਹਾਂ ਬੋਲਣ ਦੇ ਵਿੱਚ ਵੀ ਕਾਫੀ ਫਰਕ ਹੈ। ਸੋ ਇਸ ਚੀਜ਼ ਨੂੰ ਤੁਸੀਂ ਸਮਝ ਕੇ ਇਸ ਚੀਜ਼ ਨੂੰ you must understand these things, these points, and you should use these linking verbs, auxiliary verbs in your daily conversation so that you may improve your conversation in English। थोड़ी सी प्रैक्टिस आप और कर लेना। आई हैव नो आइडिया, आई डोंट हैव एनी आइडिया, इसका मतलब एक ही है कि मैंने कोई आइडिया नहीं है, दोनों मतलब सेम है। डू आई हैव एनी आइडिया कि मैंने कोई आइडिया है इस चीज़ का। ही हैज़ नो एक्सक्यूज, ही डजंट हैव एनी एक्सक्यूज, ही हैज़ नॉट गॉट एनी एक्सक्यूज। सारे ਜਿਹੜੇ मतलब ਇਹਨਾਂ ਤਿੰਨਾਂ ਦਾ ਸੇਮ ਹੈ। ਸਿੱਧਾ ਹੈਜ਼ ਨॉट ਨਹੀਂ ਪਾਉਂਦੇ, ਹੀ ਹੈਜ਼ ਨॉट ਆਈਡੀਆ, ਹੀ ਹੈਜ਼ ਨॉट ਐਨੀ, ਇਹ ਨਾ ਥੋੜਾ ਜਿਹਾ ਔਕੜ ਜਿਹਾ ਲੱਗਦਾ ਹੈ। ਸੋ ਹੈਜ਼ ਨੋ ਜਾਂ ਡੋਂਟ ਹੈਵ ਲਾ ਕੇ ਆਪਾਂ ਇਸ ਚੀਜ਼ ਨੂੰ ਇਹ ਸਹੀ ਤਰੀਕੇ ਨਾਲ ਬਣਾ ਸਕਦੇ ਹਾਂ ਜੀ। ਹੁਣ ਥੋੜੀ ਜਿਹੀ ਆਪਾਂ ਪ੍ਰੈਕਟਿਸ ਕਰ ਲਿਆ ਇਸ ਚੀਜ਼ ਦੀ ਐਕਸਰਸਾਈਜ਼ ਦੇ ਰੂਪ ਦੇ ਵਿੱਚ। ਜਿਸ ਤਰ੍ਹਾਂ ਆਪਾਂ ਕਹਾਂਗੇ ਹੀ ਡੈਸ਼ ਅ ਫਰੈਂਡ, ਹੁਣ ਇੱਥੇ ਆਪਾਂ ਹੀ ਹੈਜ਼ ਲਾਵਾਂਗੇ, ਹੀ ਹੈਵ ਲਾਵਾਂਗੇ, ਇਹਨਾਂ ਦੋਵਾਂ 'ਚ ਕੀ ਲਾਵਾਂਗੇ। ਜੇਕਰ ਆਪਾਂ ਹੁਣ ਪਹਿਲਾਂ ਆਪਾਂ ਸਭ ਤੋਂ ਪੜਾਂਗੇ ਪ੍ਰੈਜ਼ੈਂਟ ਬਾਰੇ ਕਿ ਪ੍ਰੈਜ਼ੈਂਟ ਦੇ ਵਿੱਚ ਇੱਥੇ ਕੀ ਕੀ ਲੱਗੇਗਾ। ਹੀ ਡੈਸ਼ ਅ ਫਰੈਂਡ, ਸ਼ੀ ਡੈਸ਼ ਨੋ ਨੌਲੇਜ, ਮਾਈ ਸਿਸਟਰ ਡੈਸ਼ ਮੈਨੀ ਹੌਬੀਜ਼, ਆਈ ਡੈਸ਼ ਅ ਲੋਟ ਆਫ ਬੁੱਕਸ, they dash an old house, we dash many excuses, you dash beautiful daughter, my friend dash so many problems in life। ਸੋ ਇੱਥੇ ਜੇਕਰ ਪ੍ਰੈਜ਼ੈਂਟ ਹੈ ਤਾਂ ਜੇਕਰ ਸਿੰਗੂਲਰ ਹੈ ਤਾਂ ਉੱਥੇ ਆਪਾਂ ਯੂਜ਼ ਕਰਾਂਗੇ ਹੈਜ਼ ਦਾ। ਜਿਸ ਤਰ੍ਹਾਂ ਹੀ ਇਜ਼ ਸਿੰਗੂਲਰ, ਹੀ ਹੈਜ਼ ਅ ਫਰੈਂਡ, ਸ਼ੀ ਹੈਜ਼ ਨੋ ਨੌਲੇਜ, ਮਾਈ ਸਿਸਟਰ ਹੈਜ਼ ਮੈਨੀ ਹੌਬੀਜ਼, ਆਈ हैव, इत्थे हैव लावांगे आपां, आई हैव अ लॉट ऑफ बुक्स। सो इत्थे भी हैज़, इत्थे भी हैज़, इत्थे भी हैज़, इत्थे लगेगा हैव। आई हैव अ लॉट ऑफ बुक्स, इत्थे दे हैव एन ओल्ड हाउस, इत्थे भी हैव प्लूरल करके, बिकॉज दिस इज प्लूरल। वी डैश मैनी एक्सक्यूजेज, वी हैव मैनी एक्सक्यूजेज, साढ़े को बहुत सारे बहाने हैं। यू डैश ब्यूटीफुल डाटर, यू हैव अ ब्यूटीफुल डाटर। माई फ्रेंड डैश सो मैनी प्रॉब्लम्स इन लाइफ, मेरे दोस्त नूं जिंदगी च बहुत मुश्किलां ने। सो इत्थे माई फ्रेंड सिंगुलर है, इसलिए इत्थे आपां हैज़ लावांगे। सो दिस इज प्रेजेंट। जेकर आपां पास्ट की गल करते हैं, हुण जेकर आपां प्रेजेंट पढ़िया है, इत्थे आपां पास्ट पढ़ीए तो फिर जिहड़ा ये हैज़ हैव आ ये बदल के हैड बन जाएगा। जिस तरह ही डैश अ फ्रेंड, फिर हैज़ की थां ते बन जाएगा हैड,
ही हैड अ फ्रेंड। शी हैड नो नॉलेज, उसनों कोई पता नहीं सी किसी चीज़ का, कोई ज्ञान नहीं सी। माई सिस्टर हैड मैनी हॉबीज़, कि मेरी भैन नूं बहुत सारे शौक सन। इस तरह आई हैड अ लॉट ऑफ बुक्स, मेरे को बहुत सारिया किताबां सन। दे हैड एन ओल्ड हाउस, उन्होंने को एक पुराना घर सी। इस तरह वी हैड मैनी एक्सक्यूज़, साढ़े को बहुत सारे बहाने सन। इस तरह यू हैड अ ब्यूटीफुल डाटर, तुहाडी एक बड़ी खूबसूरत बेटी सी। माई फ्रेंड हैड सो मैनी प्रॉब्लम्स इन लाइफ, कि मेरे दोस्त नूं लाइफ दे विच बहुत सारिया मुश्किलां सन। सो ये यूज़ ऑफ हैज़ हैव हैड। इस तरह तुसीं हुण गॉट लाउणा होवे तां इस लवांगे ही हैड गॉट अ फ्रेंड, he had got a friend. She had got no knowledge. My sister had got many friends. I had got a lot of books. I had got a lot of books. They had got an old house. He had got many excuses. You had got a beautiful daughter. My friend had got सो मैनी प्रॉब्लम्स इन लाइफ। मतलब दोनों का सेम है, चाहे हैज़ गॉट, हैव गॉट, हैड गॉट। सो इस वास्ते आप कर रहे हैं क्योंकि तुसीं जेकर उस चीज़ नूं पढ़ो ਜਾਂ ਇਸ ਨੂੰ पढ़ो तो तुहानूं समझण च कोई भी कन्फ्यूजन ना होवे। सो थैंक यू वेरी मच।